हाँ जी डियर स्टूडेंट्स, बेटा अज अपना नैक्सट टॉपिक जोड़ा है परमुटेशन एंड कॉम्बीनेशनस बेसिक्स ऑफ काउंटिंग शुरू करन लगे हाँ। इस तो पहला आप 7 चैप्टर्स कंप्लीट कर चुके हैं। लास्ट जो चैप्टर किया सी आपां ने वो किया सी मैथमैटिकल इंडक्शनस, ठीक है। ਉਹਦੇ ਵਿੱਚੋਂ ਆਪਾਂ स्टैप बाय स्टैप 3 मैथड किए ਸੀਗੇ। कोई डाउट ਹੁੰਦਾ ਉਹਦੇ ਚੋਂ ਵੀ ਨਾਲ ਦੀ ਨਾਲ क्लीयर कर लिया करो। बट अज आप अपना नैक्सट टॉपिक जोड़ा है परमुटेशन एंड कॉम्बीनेशन शुरू करांगे। ਜਿਹਦੇ परमुटेशन एंड कॉम्बीनेशन शुरू ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਬੇਸਿਕ ਜੀ ਜਿਹੜੀ ਇਹਦੇ ਵਿੱਚ ਕਨਸੈਪਟ ਹੈ ਫੈਕਟੋਰੀਅਲ ਦਾ, ਹੈ ਨਾ, ਆਪਾਂ ਉਹਨੂੰ ਡਿਸਕਸ ਕਰਾਂਗੇ ਅੱਜ। ਸਿਰਫ ਜਿਵੇਂ ਤੁਹਾਡੇ ਕੋਲ ਇਹਦਾ ਬੇਸਿਕ ਕਨਸੈਪਟ ਹੈਗਾ ਫੈਕਟੋਰੀਅਲ ਨੋਟੇਸ਼ਨ ਕੀ ਹੁੰਦੀ ਹੈ ਕਿਸੇ ਵੀ ਨੰਬਰ ਦਾ ਜਾਂ ਕਿਸੇ ਵੀ ਪੋਜ਼ਿਟਿਵ। ਅੱਛਾ ਪਹਿਲਾਂ ਤਾਂ ਇਹ ਦੇਖੋ ਕਿ ਜਿਹੜਾ ਫੈਕਟੋਰੀਅਲ ਆਪਾਂ ਕੱਢਦੇ ਹਾਂ ਉਹ ਆਲਵੇਜ਼ ਕਿਸੇ ਨਾ ਕਿਸੇ ਪੋਜ਼ਿਟਿਵ ਇੰਟੀਜਰ ਦਾ ਨਿਕਲਦਾ ਹੈ ਨਾ। ਚਾਹੇ ਤੁਹਾਡੇ ਕੋਲ ਕੋਈ ਨੈਗੇਟਿਵ ਦਿੱਤਾ ਹੈ ਜਾਂ ਕੋਈ ਡੈਸੀਮਲ ਟਾਈਪ ਦੇ ਵਿੱਚ ਦਿੱਤਾ, ਤੁਸੀਂ ਉਹਦਾ ਫੈਕਟੋਰੀਅਲ ਫਾਈਂਡ ਨਹੀਂ ਕਰ ਸਕਦੇ ਹੈਗੇ। ਤਾਂ ਫੈਕਟੋਰੀਅਲ ਕੱਢਣ ਦਾ ਮੈਥਡ ਕੀ ਹੈ ਕਿ ਜਿਵੇਂ ਤੁਸੀਂ n ਦਾ ਫੈਕਟੋਰੀਅਲ ਕੱਢਣਾ ਹੈ ਨਾ, ਜਾਂ ਫੋਰ ਐਗਜ਼ਾਮਪਲ ਤੁਸੀਂ 6 ਦਾ ਫੈਕਟੋਰੀਅਲ ਕੱਢਣਾ ਹੈ, ਤਾਂ 6 ਦਾ ਫੈਕਟੋਰੀਅਲ ਕੱਢਣ ਵਾਸਤੇ ਤੁਸੀਂ ਕੀ ਕਰਨਾ, 1 ਤੋਂ ਲੈ ਕੇ 6 ਤੱਕ ਕਾਊਂਟਿੰਗ ਲਿਖ ਲਓ। ਮੀਨਸ ਕਿ ਜਿਹੜੇ ਨੰਬਰ ਦਾ ਫੈਕਟੋਰੀਅਲ ਕੱਢਣਾ ਹੈ ਉੱਥੇ ਤੱਕ ਕਾਊਂਟਿੰਗ ਲਿਖ ਲਓ। ਉੱਥੇ ਤੱਕ ਕਾਊਂਟਿੰਗ ਲਿਖ ਕੇ ਤੁਸੀਂ ਉਹਨਾਂ ਨੂੰ ਮਲਟੀਪਲਾਈ ਕਰ ਦਿਓ। ਮਲਟੀਪਲਾਈ ਕਰਕੇ ਜੋ ਆਨਸਰ ਆਊਗਾ ਉਹਦਾ ਫੈਕਟੋਰੀਅਲ ਹੋਊਗਾ, ਠੀਕ ਹੈ ਨਾ। ਜਿਵੇਂ ਹੁਣ ਇੱਥੇ 6 ਦਾ ਫੈਕਟੋਰੀਅਲ ਹੈ, 6 ਦਾ ਫੈਕਟੋਰੀਅਲ ਵਾਸਤੇ ਤੁਸੀਂ 1 ਤੋਂ ਲੈ ਕੇ 6 ਤੱਕ ਕਾਊਂਟਿੰਗ ਲਿਖੀ, ਫਿਰ ਉਹਨਾਂ ਨੂੰ ਮਲਟੀਪਲਾਈ ਕਰਤਾ। 1 × 2 2, 2 × 3 6, 6 × 4 24, 24 × 5, ठीक है। एंड ਉਹਨੂੰ 6 ਨਾਲ ਮਲਟੀਪਲਾਈ ਕਰਕੇ ਤੁਹਾਡੇ ਕੋਲੇ ਆਨਸਰ ਆ ਜਾਊਗਾ। ਸੇਮ ਐਜ਼ ਇਟ ਇਜ਼ ਅਗਰ ਤੁਸੀਂ 1 ਤੋਂ ਲੈ ਕੇ 20 ਤੱਕ ਕਰੋਗੇ ਤਾਂ ਉਹ 20 ਦਾ ਫੈਕਟੋਰੀਅਲ ਬਣ ਜਾਊਗਾ। ਮੀਨਸ ਕਿ ਜਦੋਂ ਤੁਸੀਂ 1 ਤੋਂ ਲੈ ਕੇ ਸਟਾਰਟ ਕਰਕੇ ਜਿੱਥੇ ਤੱਕ ਵੀ ਕਾਊਂਟਿੰਗ ਲਿਖੋਗੇ ਉਹਨੂੰ ਮਲਟੀਪਲਾਈ ਕਰਕੇ ਜੋ ਆਨਸਰ ਆਊਗਾ ਉਸ ਨੰਬਰ ਦਾ ਫੈਕਟੋਰੀਅਲ ਹੋਊਗਾ, ਠੀਕ ਹੈ ਨਾ। ਤਾਂ ਇਹਦੇ ਵਿੱਚ ਕੁਝ ਇੰਪੋਰਟੈਂਟ ਰਿਜ਼ਲਟਸ ਨੇ, ਜਿਵੇਂ n ਫੈਕਟੋਰੀਅਲ ਨੂੰ ਤੁਸੀਂ ਲਿਖ ਸਕਦੇ ਹੋ n × n-1 ਫੈਕਟੋਰੀਅਲ। ਇਹਨੂੰ ਮੈਂ ਤੁਹਾਨੂੰ ਥੋੜ੍ਹਾ ਖੋਲ੍ਹ ਕੇ ਦੱਸ ਦਿੰਦੀ ਹਾਂ ਕਿ ਇਹਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਹੁੰਦੇ ਨੇ। ਜਿਵੇਂ ਤੁਸੀਂ ਦੇਖੋ ਕਿ 6 ਦਾ ਫੈਕਟੋਰੀਅਲ ਹੈ ਨਾ, 6 ਦੇ ਫੈਕਟੋਰੀਅਲ ਨੂੰ ਆਪਾਂ 1 × 2 × 3 × 4 × 5 × 6 ਲਿਖ ਸਕਦੇ ਹਾਂ ਨਾ। ਆਪਾਂ ਇਹਨੂੰ ਆਪਾਂ ਖੋਲਾਂਗੇ ਇਸ ਤਰੀਕੇ ਨਾਲ। ਤਾਂ ਹੁਣ ਤੁਸੀਂ ਦੇਖੋ ਕਿ ਜਿਹੜਾ ਇੰਨਾ ਕੁ ਨੰਬਰ ਹੈ 5 ਤੱਕ, ਇਹਨੂੰ ਮੈਂ 5 ਦਾ ਫੈਕਟੋਰੀਅਲ ਲਿਖ ਸਕਦੀ ਹਾਂ, ਠੀਕ ਹੈ। ਇਹਨੂੰ ਆਪਾਂ 4 ਦਾ ਫੈਕਟੋਰੀਅਲ ਲਿਖ ਸਕਦੇ ਹਾਂ, ਇਹਨੂੰ ਆਪਾਂ 3 ਦਾ ਫੈਕਟੋਰੀਅਲ ਲਿਖ ਸਕਦੇ ਹਾਂ, ਇਹਨੂੰ 2 ਦਾ ਲਿਖ ਸਕਦੇ ਹਾਂ, ਇਹਨੂੰ 1 ਦਾ ਲਿਖ ਸਕਦੇ ਹਾਂ। ਮੀਨਸ ਕਿ ਅਗਰ ਤੁਸੀਂ 6 ਫੈਕਟੋਰੀਅਲ ਨੂੰ 5 ਫੈਕਟੋਰੀਅਲ × 6 ਜਾਂ ਇਹਨੂੰ ਕਹਿ ਦਈਏ ਕਿ 6 × 5 ਫੈਕਟੋਰੀਅਲ ਲਿਖ ਸਕਦੇ ਹਾਂ ਨਾ, ਇਹਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਤਾਂ ਸੇਮ ਉਸੇ ਤਰੀਕੇ ਨਾਲ n ਦੇ ਫੈਕਟੋਰੀਅਲ ਨੂੰ ਤੁਸੀਂ n × n-1 ਦਾ ਫੈਕਟੋਰੀਅਲ ਲਿਖ ਸਕਦੇ ਹੋ। ਫੈਕਟੋਰੀਅਲ ਦੇ 2 ਸਿੰਬਲ ਯੂਜ਼ ਕਰਦੇ ਹਾਂ ਆਪਾਂ, ਇੱਕ ਤਾਂ ਇਹ ਵਾਲਾ ਅਤੇ ਇੱਕ ਇਹ ਵਾਲਾ। ਤੁਸੀਂ ਚਾਹੇ ਯੂਜ਼ ਕਰ ਸਕਦੇ ਹੋ ਚਾਹੇ ਯੂਜ਼ ਕਰ ਸਕਦੇ ਹੋ, ਕੋਈ ਫਰਕ ਹੈ ਨਹੀਂ ਉਹਦੇ ਵਿੱਚ। ਤਾਂ ਫਸਟ ਰਿਜ਼ਲਟ ਇਹ ਹੈ ਕਿ ਤੁਸੀਂ n ਦੇ ਫੈਕਟੋਰੀਅਲ ਨੂੰ ਲਿਖ ਸਕਦੇ ਹੋ n × n-1 ਦਾ ਫੈਕਟੋਰੀਅਲ, ਠੀਕ ਹੈ ਨਾ। ਅਤੇ ਇੱਕ ਰਿਜ਼ਲਟ ਹੁੰਦਾ ਤੁਹਾਡੇ ਕੋਲ ਕਿ ਜਿਹੜਾ 0 ਦਾ ਫੈਕਟੋਰੀਅਲ ਹੁੰਦਾ ਨਾ, ਉਹਦੀ ਵੈਲਿਊ ਹਮੇਸ਼ਾ 1 ਹੁੰਦੀ ਹੈ। ਅਗਰ ਮੰਨ ਲਓ ਇਨ ਕੇਸ ਤੁਹਾਡੇ ਕੋਲ ਕਦੇ ਵੀ 0 ਦਾ ਫੈਕਟੋਰੀਅਲ ਬਣ ਜਾਂਦਾ ਤਾਂ ਉਹਦੀ ਵੈਲਿਊ 1 ਲਿਖਣੀ ਹੈ। ਉਹਨੂੰ ਤੁਸੀਂ ਸੋਲਵ ਕਰਕੇ ਜਾਂ ਉੱਦਾਂ ਕਰਕੇ ਕੁਛ ਨਹੀਂ ਕਰਨਾ, ਕਿਉਂਕਿ ਆਪਾਂ ਅਗਰ ਇਹਨੂੰ ਓਪਨ ਕਰੀਏ ਤਾਂ ਆਪਾਂ 0 ਤੱਕ ਕਾਊਂਟਿੰਗ ਆਪਾਂ ਕਿੱਦਾਂ ਲਿਖਾਂਗੇ, ਹੈ ਨਾ। ਅਤੇ ਵੈਸੇ ਵੀ ਆਪਾਂ ਕਿਸੇ ਨੰਬਰ ਨੂੰ 0 ਨਾਲ ਮਲਟੀਪਲਾਈ ਕਰਾਂਗੇ ਤਾਂ ਉਹਨੇ 0 ਹੀ ਹੋ ਜਾਣਾ, ਠੀਕ ਹੈ। ਤਾਂ ਯਾਦ ਰੱਖਣਾ ਕਿ 0 ਦਾ ਫੈਕਟੋਰੀਅਲ ਕੀ ਹੁੰਦਾ, 1 ਹੁੰਦਾ। ਤਾਂ ਹੁਣ ਇਹਨੂੰ ਆਪਾਂ ਕੁਛ ਐਗਜ਼ਾਮਪਲਸ ਨੂੰ ਡਿਸਕਸ ਕਰਾਂਗੇ। ਜਿਵੇਂ ਤੁਹਾਡੇ ਕੋਲ ਫਸਟ ਐਗਜ਼ਾਮਪਲ ਹੈਗੀ ਹੈ 52 ਫੈਕਟੋਰੀਅਲ ਡਿਵਾਈਡਿਡ ਬਾਈ 47 ਫੈਕਟੋਰੀਅਲ × 5 ਫੈਕਟੋਰੀਅਲ। ਇਹਨੂੰ ਤੁਸੀਂ ਓਪਨ ਕਰਨਾ। ਹੁਣ ਦੇਖੋ 52 ਦਾ ਫੈਕਟੋਰੀਅਲ ਹੈ, ਕਿੰਨਾ ਲੰਬਾ ਪ੍ਰੋਸੈਸ ਹੈ ਕਿ ਤੁਸੀਂ 52 ਤੱਕ ਮਲਟੀਪਲਾਈ ਕਰੋ ਕਾਊਂਟਿੰਗ ਨੂੰ। ਤਾਂ ਤੁਸੀਂ ਇੱਥੇ ਧਿਆਨ ਰੱਖਿਆ ਕਰੋ ਕਿ ਇੱਥੇ ਦੇਖੋ ਕਿ ਇਸ ਤੋਂ ਹੋਰ ਛੋਟਾ ਨੰਬਰ ਕੀ ਦਿੱਤਾ ਹੋਇਆ ਆਪਾਂ ਨੂੰ, 47 ਦਾ ਫੈਕਟੋਰੀਅਲ ਦਿੱਤਾ ਹੋਇਆ। ਤਾਂ ਤੁਸੀਂ 52 ਦੇ ਫੈਕਟੋਰੀਅਲ ਨੂੰ 47 ਦੇ ਫੈਕਟੋਰੀਅਲ ਤੱਕ ਓਪਨ ਕਰ ਲਓ ਯੂਜ਼ਿੰਗ ਦਿਸ ਕੰਸੈਪਟ, ਠੀਕ ਹੈ। ਜਿਵੇਂ ਤੁਸੀਂ ਲਿਖੋਗੇ 52 × 51 × 50 × 49 × 48 ਅੱਗੇ ਲਿਖਾਂਗੇ 47 ਦਾ ਫੈਕਟੋਰੀਅਲ। ਇਹਨੂੰ ਅੱਗੇ ਓਪਨ ਨਹੀਂ ਕਰਾਂਗੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਨਿਊਮੀਰੇਟਰ ਅਤੇ ਡਿਨੋਮੀਨੇਟਰ ਦੇ ਵਿੱਚੋਂ ਫਿਰ 47 ਦਾ ਜਿਹੜਾ ਫੈਕਟੋਰੀਅਲ ਹੈ ਉਹ ਕੈਂਸਲ ਕਰ ਦਾਂਗੇ ਆਪਾਂ, ਇੰਨੀ ਸਪੇਸ ਕਵਰ ਨਹੀਂ ਕਰਾਂਗੇ ਫਿਰ ਆਪਾਂ। ਤਾਂ ਇਹਨੂੰ ਲਿਖਾਂਗੇ 47 ਦਾ ਫੈਕਟੋਰੀਅਲ। ਹੁਣ ਜਿਹੜਾ 5 ਫੈਕਟੋਰੀਅਲ ਆ ਉਹਨੂੰ ਓਪਨ ਕਰ ਸਕਦੇ ਹਾਂ 5 × 4 × 3 × 2 × 1, ਠੀਕ ਹੈ। ਫਿਰ 47 ਫੈਕਟੋਰੀਅਲ ਨਾਲ 47 ਫੈਕਟੋਰੀਅਲ ਕੈਂਸਲ। ਨੈਕਸਟ ਹੁਣ ਤੁਸੀਂ ਫਿਰ ਇਹਦੇ ਵਿੱਚੋਂ ਕਟਿੰਗ ਕਰ ਸਕਦੇ ਹੋ, ਜਿਵੇਂ 5 50 ਤੇ 10 ਤੇ ਚਲਾ ਗਿਆ, 2 10 ਤੇ 5 ਤੇ ਚਲਾ ਗਿਆ, ਹੈ ਨਾ, 4 12 ਤੇ ਚਲਾ ਗਿਆ,
3 4 ਤੇ ਚਲਾ ਗਿਆ ਤਾਂ ਹੁਣ ਨੀਚੋਂ ਡਿਨੋਮੀਨੇਟਰ ਸਾਰਾ ਖਤਮ ਹੋ ਗਿਆ। ਹੁਣ ਉਸ ਤੋਂ ਬਾਅਦ ਤੁਸੀਂ 52 ਨੂੰ 51 ਦੇ ਨਾਲ ਮਲਟੀਪਲਾਈ ਕਰੋ, ਜੋ ਆਨਸਰ ਆਊਗਾ ਉਹਨੂੰ 5 ਦੇ ਨਾਲ, ਜੋ ਆਨਸਰ ਆਊਗਾ ਉਹਨੂੰ 49 ਦੇ ਨਾਲ, ਤੇ ਜੋ ਆਨਸਰ ਆਊਗਾ ਉਹਨੂੰ 4 ਨਾਲ ਮਲਟੀਪਲਾਈ ਕਰਕੇ ਤੁਹਾਡੇ ਕੋਲ ਆ ਜਾਊਗਾ 2598960। ਤਾਂ ਇਹ ਆ ਗਿਆ ਇਸ ਇਕੁਏਸ਼ਨ ਦਾ ਆਨਸਰ, ਠੀਕ ਹੈ ਨਾ। ਤਾਂ ਇਹਨਾਂ ਨੇ ਇਹੀ ਕੰਪਿਊਟ ਕਰਨਾ ਸੀ ਆਪਾਂ, ਤਾਂ ਇਹਦੀ ਵੈਲਿਊ ਇਹਨਾਂ ਨੇ ਕੱਢ ਕੇ ਦਿਖਾਤੀ। ਨੈਕਸਟ ਜਿਹੜੀ ਐਗਜ਼ਾਮਪਲ ਹੈਗੀ ਹੈ ਤੁਹਾਡੇ ਕੋਲ ਉਹ ਹੈਗੀ ਹੈ 1/9 ਫੈਕਟੋਰੀਅਲ ਪਲੱਸ 1/10 ਫੈਕਟੋਰੀਅਲ ਇਕੁਅਲ ਟੂ x ਅਪੋਨ 11 ਫੈਕਟੋਰੀਅਲ। ਤੁਸੀਂ ਇਹਦੇ ਵਿੱਚੋਂ x ਦੀ ਵੈਲਿਊ ਕੈਲਕੂਲੇਟ ਕਰਕੇ ਦੱਸਣੀ ਹੈ ਕਿ ਕਿੰਨੀ ਹੋਊਗੀ। ਤਾਂ ਕਿਵੇਂ ਸੋਲਵ ਕਰੀਏ ਆਪਾਂ ਇਹਨੂੰ ਹੁਣ 1/9 ਫੈਕਟੋਰੀਅਲ ਪਲੱਸ 1/10 ਫੈਕਟੋਰੀਅਲ ਇਕੁਅਲ ਟੂ x ਅਪੋਨ ਜਿਹੜਾ 11th ਫੈਕਟੋਰੀਅਲ ਹੈ ਉਹਨੂੰ ਆਪਾਂ ਸੋਲਵ ਕਰ ਲੈਂਦੇ ਹਾਂ। ਜਿਹੜਾ ਇਹ 10 ਫੈਕਟੋਰੀਅਲ ਹੈ ਇਹਨੂੰ ਆਪਾਂ 10 × 9 ਫੈਕਟੋਰੀਅਲ ਲਿਖ ਸਕਦੇ ਹਾਂ। ਜਿਹੜਾ 11 ਫੈਕਟੋਰੀਅਲ ਉਹਨੂੰ ਲਿਖਿਆ 11 × 10 × 9 ਫੈਕਟੋਰੀਅਲ। ਤਾਂ ਹੁਣ ਤਿੰਨਾਂ ਦੇ ਵਿੱਚੋਂ 1/9 ਫੈਕਟੋਰੀਅਲ ਕਾਮਨ ਹੋ ਗਿਆ, 1 + x/10 ਇਕੁਅਲ ਟੂ x ਅਪੋਨ 11 × 10, ਠੀਕ ਹੈ, ਇੰਟੂ 9 ਫੈਕਟੋਰੀਅਲ। ਤਾਂ 9 ਫੈਕਟੋਰੀਅਲ ਦੋਨੋਂ ਸਾਈਡ ਤੋਂ ਕਾਮਨ ਨਿਕਲ ਕੇ ਕੈਂਸਲ ਹੋ ਗਿਆ। ਤਾਂ ਤੁਹਾਡੇ ਕੋਲ ਇਕੁਏਸ਼ਨ ਬਚੂਗੀ 1 + 1/10 ਇਕੁਅਲ ਟੂ x ਅਪੋਨ 110, ਠੀਕ ਹੈ। ਤਾਂ ਇਹਦਾ ਐਲਸੀਐਮ ਲੈ ਕੇ ਇਕੁਏਸ਼ਨ ਆਣੀ ਹੈ 11/10 ਇਕੁਅਲਸ ਟੂ x ਅਪੋਨ 110। x ਦੀ ਵੈਲਿਊ ਆ ਗਈ ਤੁਹਾਡੇ ਕੋਲੇ 121, ਠੀਕ ਹੈ। ਤਾਂ ਇਸ ਤਰੀਕੇ ਨਾਲ ਤੁਸੀਂ ਆਪਣੀਆਂ ਵੈਲਿਊਜ਼ ਕੈਲਕੂਲੇਟ ਕਰ ਸਕਦੇ ਹੋ। ਨੈਕਸਟ ਥਰਡ ਐਗਜ਼ਾਮਪਲ ਜਿਹੜੀ ਹੈਗੀ ਹੈ ਤੁਹਾਡੇ ਕੋਲੇ n+2 ਦਾ ਫੈਕਟੋਰੀਅਲ ਇਕੁਅਲਸ ਟੂ 2550 × n ਫੈਕਟੋਰੀਅਲ। ਇਹਦੇ ਵਿੱਚੋਂ ਤੁਸੀਂ n ਦੀ ਵੈਲਿਊ ਕੈਲਕੂਲੇਟ ਕਰਕੇ ਦੱਸਣੀ ਹੈ। ਜਿਹੜਾ ਇਹ n+2 ਫੈਕਟੋਰੀਅਲ ਹੈ ਇਹਨੂੰ ਤੁਸੀਂ ਓਪਨ ਕਰ ਸਕਦੇ ਹੋ n+2 × n+1 × n ਫੈਕਟੋਰੀਅਲ ਦੇ ਵਿੱਚ, ਠੀਕ ਹੈ। ਤਾਂ ਦੋਨੋਂ ਸਾਈਡ ਤੋਂ n ਫੈਕਟੋਰੀਅਲ ਕੈਂਸਲ ਹੋ ਕੇ ਤੁਹਾਡੇ ਕੋਲ n ਦੇ ਵਿੱਚ ਕੁਆਡਰੇਟਿਕ ਇਕੁਏਸ਼ਨ ਬਣ ਗਈ, ਜਿਹੜੀ ਬਣ ਗਈ n² + 3n - 2548, ਠੀਕ ਹੈ ਜੀ। ਤਾਂ ਇਹਨੂੰ ਤੁਸੀਂ ਆਪਣੇ ਡਿਸਕ੍ਰਿਮੀਨੈਂਟ ਫਾਰਮੂਲਾ ਦੇ ਨਾਲ ਸੋਲਵ ਕਰ ਸਕਦੇ ਹੋ। ਡਿਸਕ੍ਰਿਮੀਨੈਂਟ ਨਾਲ ਜਦੋਂ ਸੋਲਵ ਕੀਤਾ ਤਾਂ ਤੁਹਾਡੇ ਕੋਲ n ਆ ਗਿਆ 49 ਐਂਡ -52। ਹੁਣ ਆਪਾਂ ਇਹ ਕਿਹਾ ਸੀਗਾ ਕਿ ਜਿਹੜਾ ਫੈਕਟੋਰੀਅਲ ਹੈ ਉਹ ਤੁਸੀਂ ਆਲਵੇਜ਼ ਕਿਸੇ ਪੋਜ਼ੀਟਿਵ ਨੰਬਰ ਦਾ ਫਾਈਂਡ ਕਰ ਸਕਦੇ ਹੋ। ਤਾਂ -2 ਨੂੰ ਤੁਸੀਂ ਰਿਜੈਕਟ ਕਰ ਦੋਗੇ ਤਾਂ n ਦੀ ਵੈਲਿਊ ਸਿਰਫ ਆਣੀ ਤੁਹਾਡੇ ਕੋਲੇ 49, ਠੀਕ ਹੈ। ਠੀਕ ਹੈ, ਸੇਮ ਇੱਦਾਂ ਹੀ ਤੁਹਾਡੇ ਕੋਲੇ 4th ਐਗਜ਼ਾਮਪਲ ਦੇ ਰੱਖੀ ਹੈ। ਇਹਦੇ ਵਿੱਚ ਤੁਹਾਨੂੰ ਦੇ ਰੱਖੀ ਹੈ ਕਿ ਜਿਹੜੀ ਇਹ ਦੋ ਵੈਲਿਊਜ਼ ਨੇ ਇਹ 2:1 ਦੇ ਵਿੱਚ ਦਿੱਤੀਆਂ ਹੋਈਆਂ, ਠੀਕ ਹੈ ਨਾ। ਤੁਸੀਂ n ਦੀ ਵੈਲਿਊ ਕੈਲਕੂਲੇਟ ਕਰਨੀ ਹੈ। ਤਾਂ ਇਹਨਾਂ ਦੋਨੋਂ ਵੈਲਿਊਜ਼ ਨੂੰ ਜਿਵੇਂ ਹੁਣ ਦੇਖੋ ਕਿ ਇਹਨੂੰ ਛੋਟੇ ਤੱਕ ਖੋਲਿਆ ਕਰੋ, ਜਿਵੇਂ n -2 ਇਹਨਾਂ ਦੋਵਾਂ ਦੇ ਵਿੱਚੋਂ n -2 ਛੋਟਾ ਨਾ, ਤਾਂ ਤੁਸੀਂ ਜਿਵੇਂ ਹੁਣ ਇਹਦਾ ਰੇਸ਼ੋ ਕੈਲਕੂਲੇਟ ਕੀਤਾ ਤਾਂ ਵਿੱਚੋਂ ਕੁਝ ਟਰਮਸ ਕੈਂਸਲ ਹੋ ਜਾਣਗੀਆਂ। ਤਾਂ ਤੁਹਾਡੇ ਕੋਲ ਜਿਹੜੀ ਇਕੁਏਸ਼ਨ ਹੈ ਉਹ ਬਣੂਗੀ 6/n - 2 × n - 3 = 1:1। n ਦੇ ਵਿੱਚ ਕੁਆਡਰੇਟਿਕ ਇਕੁਏਸ਼ਨ ਬਣ ਗਈ ਤਾਂ ਉੱਥੇ ਤੁਹਾਡੇ ਕੋਲੇ ਵੈਲਿਊਜ਼ ਆ ਗਈਆਂ n ਦੀਆਂ, ਇੱਕ 2 ਆ ਗਈ ਤੇ ਇੱਕ 5 ਆ ਗਈ। ਤਾਂ ਇਹਨਾਂ ਦੇ ਵਿੱਚੋਂ ਤੁਸੀਂ ਇਹ ਵੈਲਿਊਜ਼ ਕੈਲਕੂਲੇਟ ਕਰ ਸਕਦੇ ਹੋ। ਸੇਮ ਇਸੇ ਤਰੀਕੇ ਨਾਲ ਤੁਹਾਡੇ ਕੋਲੇ 5th ਅਤੇ 6th ਐਗਜ਼ਾਮਪਲ ਹੈ, ਜਿਵੇਂ 2n ਦਾ ਫੈਕਟੋਰੀਅਲ ਦਿੱਤਾ ਹੋਇਆ ਤੇ n ਦਾ ਫੈਕਟੋਰੀਅਲ ਹੈਗਾ ਤੁਹਾਡੇ ਕੋਲ। ਤੇ ਜਿਹੜਾ 2n ਦਾ ਫੈਕਟੋਰੀਅਲ ਹੈ ਉਹਨੂੰ ਤੁਸੀਂ ਓਪਨ ਕੀਤਾ 1 ਤੋਂ ਲੈ ਕੇ 2n ਤੱਕ, ਤੇ ਨੀਚੇ ਵਾਲਾ n ਫੈਕਟੋਰੀਅਲ। ਇਹਦੇ ਵਿੱਚੋਂ ਤੁਸੀਂ ਕੀ ਕੀਤਾ ਕਿ ਜਿਹੜਾ 2 ਈਵਨ ਟਰਮਸ ਤੇ ਔਡ ਟਰਮਸ ਨੂੰ ਆਪਾਂ ਸੈਪਰੇਟ ਕਰ ਸਕਦੇ ਹਾਂ। ਜਿਹੜੀਆਂ ਔਡ ਟਰਮਸ ਨੇ ਉਹਨਾਂ ਨੂੰ ਡਿਫਰੈਂਟ ਲਿਖ ਲਿਆ ਤੇ ਜਿਹੜੀਆਂ ਈਵਨ ਅਲੱਗ ਲਿਖ ਲਿਆ। ਜਿਹੜੀਆਂ ਈਵਨ ਟਰਮਸ ਨੇ ਉਹਨਾਂ ਦੇ ਵਿੱਚੋਂ ਆਪਾਂ 2 ਜਿਹੜਾ ਹੈਗਾ ਹਰ ਇੱਕ ਟਰਮ ਦੇ ਵਿੱਚੋਂ ਕਾਮਨ ਕੱਢ ਸਕਦੇ ਹਾਂ, ਠੀਕ ਹੈ ਨਾ। ਤਾਂ ਜਿਹੜਾ 2 ਹੈ ਉਹ ਤੁਹਾਡੇ ਕੋਲੇ n ਟਾਈਮਸ ਕਾਮਨ ਨਿਕਲੂਗਾ, ਤਾਂ ਉਹ ਬਣ ਗਿਆ 2⁻n। ਤੇ ਜੋ ਰਿਮੇਨਿੰਗ ਬਚ ਗਿਆ ਉਹ ਬਣ ਗਿਆ ਆਪਣੇ ਕੋਲੇ n ਫੈਕਟੋਰੀਅਲ। n ਫੈਕਟੋਰੀਅਲ ਨਾਲ n ਫੈਕਟੋਰੀਅਲ ਕੈਂਸਲ ਹੋ ਗਿਆ ਤੇ ਲਾਸਟ ਦੇ ਵਿੱਚ ਤੁਹਾਡੇ ਕੋਲੇ ਫਾਈਨਲ ਆਨਸਰ ਆ ਗਿਆ। ਤਾਂ ਇਹ ਸੀਗਾ ਕਿ ਫੈਕਟੋਰੀਅਲ ਦਾ ਸਿੰਪਲ ਜਿਹਾ ਕੰਸੈਪਟ, ਜਿਹਦੇ ਨਾਲ ਤੁਸੀਂ ਪਰਮੂਟੇਸ਼ਨ ਤੇ ਕੰਬੀਨੇਸ਼ਨ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਕਵਰ ਕਰਾਂਗੇ। ਇਹਦੇ ਨਾਲ ਰਿਲੇਟਡ ਜਿਹੜੀ ਐਕਸਰਸਾਈਜ਼ ਹੈ ਇਹ ਵੀ ਤੁਸੀਂ ਸੋਲਵ ਕਰ ਲੈਣੀ ਹੈ। ਕੋਈ ਡਾਊਟ ਹੁੰਦਾ ਤਾਂ ਨਾਲ ਦੀ ਨਾਲ ਕਲੀਅਰ ਕਰ ਲਿਆ ਕਰੋ ਆਪਣਾ, ਠੀਕ ਹੈ।